This program sponsored by JJ Nijjar. For residential and commercial real estate need, call 905 462 2111। ਦੋਸਤੋ ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਝਾਂਜਰ ਦੇ ਇਸ ਨਵੇਂ ਐਪੀਸੋਡ ਦੇ ਵਿੱਚ, ਜਿਸ ਦਾ ਨਾਮ ਹੈ ਜ਼ਰੂਰੀ ਗੱਲ। ਅਸੀਂ ਤੁਹਾਡੇ ਲਈ ਰੋਜ਼ ਇਹ ਲਾਈਵ ਟਾਕ ਸ਼ੋ ਲੈ ਕੇ ਪੇਸ਼ ਹੁੰਦੇ ਹਾਂ, ਜਿੱਥੇ ਅਸੀਂ ਤੁਹਾਡੇ ਲਈ ਪਹਿਲਾਂ ਹੈਡਲਾਈਨ ਪੇਸ਼ ਕਰਦੇ ਹਾਂ ਅਤੇ ਬਾਅਦ ਦੇ ਵਿੱਚ ਉਹਨਾਂ ਹੀ ਖਬਰਾਂ ਦੇ ਉੱਤੇ ਇੱਕ ਝਾਤ ਮਾਰਦੇ ਹਾਂ। ਜਿੱਥੇ ਮੈਂ ਹਾਜ਼ਰ ਹਾਂ ਤੁਹਾਡੇ ਲਈ ਟੋਰਾਂਟੋ ਸਟੂਡੀਓ ਤੋਂ, ਉੱਥੇ ਹੀ ਸਾਡੇ ਲੁਧਿਆਣਾ ਨਿਊਜ਼ ਰੂਮ ਤੋਂ ਹਾਜ਼ਰ ਹੈ ਕਮਲਪ੍ਰੀਤ, ਜੋ ਸਾਡੇ ਇਸ ਨਿਊਜ਼ ਨੂੰ ਡਿਸਕਸ ਕਰਦੇ ਹਨ। ਲਓ ਇੱਕ ਵਾਰ ਫਿਰ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕਮਲਪ੍ਰੀਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਝਾਂਜਰ ਦੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡਾ ਰਵੀ ਜੀ। ਕਮਲਪ੍ਰੀਤ, ਜਿਵੇਂ ਆਪਾਂ ਰੋਜ਼ ਆਪਣੇ ਦਰਸ਼ਕਾਂ ਦੇ ਲਈ ਸਟਾਰਟ ਕਰਨ ਤੋਂ ਪਹਿਲਾਂ, ਡਿਸਕਸ਼ਨ ਤੋਂ ਪਹਿਲਾਂ ਹੈਡਲਾਈਨ ਪੇਸ਼ ਕਰਦੇ ਹਾਂ, ਸੋ ਕਿਰਪਾ ਕਰਕੇ ਸਾਡੇ ਦਰਸ਼ਕਾਂ ਲਈ ਉਹ ਹੈਡਲਾਈਨ ਅੱਜ ਦੀਆਂ ਪੇਸ਼ ਕਰ ਦਿਓ। ਹਾਂਜੀ ਜ਼ਰੂਰ। ਪਿਛਲੇ 24 ਘੰਟੇ ਵਿੱਚ ਭਾਰਤ ਵਿੱਚ ਦਰਜ ਹੋਏ 27,071 ਕੇਸ ਦਾ ਸੰਸਦ ਦਾ ਸੱਦ ਰੁੱਤ ਇਜਲਾਸ। ਕਿਸਾਨਾਂ ਨੂੰ ਮਿਲਿਆ ਅੰਨਾ ਹਜ਼ਾਰੇ ਦਾ ਸਾਥ, ਕਿਹਾ ਸਰਕਾਰਾਂ ਨੇ ਮੰਗਾਂ ਨਾ ਮੰਨੀਆਂ ਤਾਂ ਕਰਾਂਗਾ ਭੁੱਖ ਹੜਤਾਲ। ਐਮਪੀ ਤੋਂ ਬੀਜੇਪੀ ਦੀ ਕੈਬਨਿਟ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਆਗੂ ਨੂੰ ਦੱਸਿਆ ਦਲਾਲ। ਪੀਐਮ ਮੋਦੀ ਦਾ ਵੱਡਾ ਬਿਆਨ, ਕਿਹਾ ਦਿੱਲੀ ਵਿੱਚ ਕਿਸਾਨਾਂ ਨੂੰ ਡਰਾਉਣ ਦੀ ਚੱਲ ਰਹੀ ਹੈ ਸਾਜ਼ਿਸ਼। ਕੇਜਰੀਵਾਲ ਦਾ ਐਲਾਨ, 2022 ਵਿੱਚ ਆਪ ਪਾਰਟੀ ਲੜੇਗੀ ਯੂਪੀ ਵਿਧਾਨ ਸਭਾ ਚੋਣਾਂ। ਏਮਸ ਨਰਸ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ। ਪੁਣੇ ਦੇ 1400 ਪ੍ਰਾਈਵੇਟ ਸਕੂਲਾਂ ਨੇ ਬੰਦ ਆਨਲਾਈਨ ਕਲਾਸਿਸ। ਦਿੱਲੀ ਵਿੱਚ ਅੱਜ ਤੋਂ ਬਿਨਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਵਾਲੇ ਵਾਹਨਾਂ ਦਾ ਕੱਟਿਆ ਜਾਵੇਗਾ ਚਲਾਨ। ਸੋਨਮ ਬਾਜਵਾ ਨੇ ਤਿੱਖੇ ਬੋਲ, ਕਿਹਾ ਕਿਸਾਨਾਂ ਦੇ ਪੀਜ਼ਾ ਖਾਣ ਤੇ ਨਾ ਹੋਵੇ ਕਿਸੇ ਨੂੰ ਕੋਈ ਤਕਲੀਫ। ਇਹ ਸੀ ਅੱਜ ਦੀਆਂ ਕੁਝ ਮੁੱਖ ਖਬਰਾਂ ਜਿਨ੍ਹਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਜੀ। ਬਿਲਕੁਲ ਕਮਲਪ੍ਰੀਤ, ਜਿਵੇਂ ਆਪਾਂ ਜਦੋਂ ਸਟਾਰਟ ਕਰਦੇ ਹਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਮਹਾਮਾਰੀ ਦੇ ਉੱਤੇ, ਕਰੋਨਾ ਵਾਇਰਸ ਦੇ ਉੱਤੇ, ਅਤੇ ਮੋਸਟਲੀ ਫਿਰ ਉਸ ਤੋਂ ਬਾਅਦ ਖਬਰਾਂ ਸਾਡੀਆਂ ਹੁੰਦੀਆਂ ਹਨ ਇੰਡੀਆ ਵਿੱਚ ਚੱਲ ਰਿਹਾ ਅੰਦੋਲਨ ਜੋ ਹੈ ਦਿੱਲੀ ਦੇ ਵਿੱਚ, ਉਹਦੇ ਉੱਤੇ। ਜੇ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਮੈਂ ਥੋੜ੍ਹਾ ਅਪਡੇਟ ਕਰ ਦੇਵਾਂ ਕਿ ਕੱਲ੍ਹ ਕੈਨੇਡਾ ਦੇ ਵਿੱਚ ਪਹਿਲੀ ਜੋ ਵੈਕਸੀਨ ਹੈ ਉਹਦੀਆਂ ਡੋਜ਼ਿਸ ਦਿੱਤੀਆਂ ਗਈਆਂ, ਸਟਾਰਟ ਕਰ ਦਿੱਤੀ ਗਈ ਆ, ਜਿੱਥੇ ਮੌਂਟਰੀਅਲ ਦੇ ਵਿੱਚ, ਉੱਥੇ ਨਾਲ ਦੀ ਨਾਲ ਹੀ ਟੋਰਾਂਟੋ ਦੇ ਵਿੱਚ ਵੀ। ਅਤੇ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਹੈਗੇ ਆ ਇਹ ਵੈਕਸੀਨ ਲੋਕਾਂ ਨੂੰ ਲੱਗ ਜਾਵੇ। ਜਿੱਥੇ ਕਈ ਲੋਕ ਇਸ ਗੱਲ ਨੂੰ ਮਨ੍ਹਾ ਵੀ ਕਰ ਰਹੇ ਸਨ, ਜਾਂ ਆਪਾਂ ਪੜ੍ਹਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਿ ਲੋਕ ਕਹਿੰਦੇ ਅਸੀਂ ਤਾਂ ਲਵਾਵਾਂਗੇ, ਪਹਿਲਾਂ ਦੇਖਾਂਗੇ 1 ਸਾਲ। ਪਰ ਮੈਨੂੰ ਲੱਗਦਾ ਕਿ ਇਹ ਬਹੁਤ ਸਾਰੇ ਅਦਾਰੇ ਆ, ਉਹਨਾਂ ਨੇ ਕੰਪਲਸਰੀ ਕਰ ਦਿੱਤਾ ਹੈ। ਜੇ ਤੁਸੀਂ ਫਲਾਈ ਕਰਨਾ ਹੈ ਤਾਂ ਏਅਰਲਾਈਨਸ ਨੇ ਕੰਪਲਸਰੀ ਕਰ ਦਿੱਤਾ ਹੈ ਕਿ ਤੁਹਾਡੇ ਉਹ ਕਰੋਨਾ ਵਾਇਰਸ ਦਾ ਇੰਜੈਕਸ਼ਨ ਲੱਗਿਆ ਹੋਣਾ ਚਾਹੀਦਾ ਹੈ, ਵੈਕਸੀਨ ਤੁਹਾਡੇ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਸਕੂਲਾਂ 'ਚ ਜਾਣਾ ਹੈ ਜਾਂ ਤੁਸੀਂ ਜੌਬ 'ਤੇ ਜਾਣਾ ਹੈ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹਦੇ ਵਿੱਚ ਕੀ ਅਪਡੇਟ ਹੁੰਦਾ ਹੈ। ਅਤੇ ਤੁਸੀਂ ਸਾਨੂੰ ਦੱਸੋ ਕਿ ਇਸ ਟਾਈਮ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦਾ ਕੀ ਸਟੈਟਿਕਸ ਹੈ? ਹਾਂਜੀ, ਭਾਰਤ ਨੇ ਕਰੋਨਾ ਵਿਰੁੱਧ ਜਿਹੜੀ ਜੰਗ ਆ ਜਿੱਤ ਲਈ ਹੈ। ਦੇਸ਼ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਮਾਮਲੇ ਆ ਉਹ ਘਟ ਰਹੇ ਨੇ। ਟੋਟਲ ਗਿਣਤੀ ਦੀ ਗੱਲ ਕਰੀਏ 99 ਲੱਖ ਦੇ ਪਾਰ ਪਹੁੰਚ ਗਈ ਆ। ਤੇ ਨਾਲ ਦੀ ਨਾਲ ਸਿਹਤ ਮੰਤਰੀ ਨੇ ਡਾਕਟਰ ਹਰਸ਼ਵਰਧਨ, ਉਹਨਾਂ ਨੇ ਕਿਹਾ ਕਿ ਕੋਵਿਡ ਜਿਹੜੇ 19 ਵਿਰੁੱਧ ਸਾਡੀ ਲੜਾਈ ਵਿੱਚ ਇੱਕ ਇਹ ਮਹੱਤਵਪੂਰਨ ਮੋੜ ਇਸ ਟਾਈਮ ਆ ਗਿਆ, ਕਿਉਂਕਿ ਜਿਹੜੀ ਕਰੋਨਾ ਦੀ ਦਰ ਤੋਂ ਠੀਕ ਹੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ। ਤੇ ਜਿਹੜੀ ਇਹ ਦਰ ਆ ਫਿਲਹਾਲ ਦੇਸ਼ ਵਿੱਚ 95.12% ਦੀ ਹੈ, ਜੋ ਕਿ ਹੁਣ ਤੱਕ ਦੀ ਜਿਹੜੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਦਰਜ ਕੀਤੀ ਗਈ ਹੈ। ਤੇ ਜੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 27,071 ਜਿਹੜੇ ਨਵੇਂ ਮਾਮਲੇ ਦਰਜ ਹੋਏ ਆ, ਤੇ ਇਹ ਹੁਣ ਤੱਕ ਦੇ ਸਭ ਤੋਂ ਘੱਟ ਮਾਮਲੇ ਆ ਜਿਹੜੇ ਦਰਜ ਕੀਤੇ ਗਏ ਆ। ਮੌਤ ਵੀ ਜੇ ਗੱਲ ਕਰੀਏ 336 ਲੋਕਾਂ ਦੀ ਪੂਰੇ ਭਾਰਤ ਵਿੱਚ ਮੌਤ ਹੋਈ ਹੈ, ਤੇ ਟੋਟਲ ਮੌਤਾਂ ਦੀ ਗਿਣਤੀ ਭਾਰਤ ਵਿੱਚ 1,43,355 ਹੋ ਚੁੱਕੀ ਹੈ। ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੈਕਸੀਨ ਦੇ ਬਾਰੇ ਵਿੱਚ, ਤਾਂ ਭਾਰਤ ਵਿੱਚ ਵੀ ਜਲਦ ਸ਼ੁਰੂ ਹੋ ਜਾਏਗਾ ਕਰੋਨਾ ਦਾ ਟੀਕਾਕਰਨ, ਤੇ ਜਨਵਰੀ ਤੋਂ ਉਮੀਦ ਹੈ ਕਿ ਜਿਹੜੀ ਇਹਦੀ ਸ਼ੁਰੂਆਤ ਹੋ ਸਕਦੀ ਹੈ। ਤੇ ਨਾਲ ਦੀ ਨਾਲ ਕਿਹਾ ਜਾ ਰਿਹਾ ਕਿ ਅਕਤੂਬਰ ਤੱਕ ਸਾਰੇ ਜਿਹੜੇ ਦੇਸ਼ ਵਾਸੀ ਆ ਉਹਨਾਂ ਨੂੰ ਵੈਕਸੀਨ ਦੀ ਜਿਹੜੀ ਖੁਰਾਕ ਆ ਇਹ ਮਿਲ ਸਕਦੀ ਹੈ। ਤੇ ਜਿਹੜਾ ਇਹ ਦਾਅਵਾ ਵਾ ਉਹ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ CEO ਆਧਾਰ ਪੂਨੇਵਾਲਾ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਸ ਮਹੀਨੇ ਦੇ ਅੰਤ ਤੱਕ ਵੈਕਸੀਨ ਦੀ ਜਿਹੜੀ ਐਮਰਜੈਂਸੀ ਵਰਤੋਂ ਦੀ ਆਗਿਆ ਜਿਹੜੀ ਉਹ ਮਿਲ ਜਾਏਗੀ। ਤਾਂ ਉਮੀਦ ਹੈ ਕਿ ਜਿੱਦਾਂ ਜਨਵਰੀ ਵਿੱਚ ਭਾਰਤ ਵਿੱਚ ਵੀ ਇਹ ਜਿਹੜੀ ਵੈਕਸੀਨ ਮੁਹੱਈਆ ਹੋ ਜਾਵੇਗੀ ਜੀ। ਅੱਗੇ ਗੱਲ ਕਰਦੇ ਹਾਂ ਆਪਾਂ ਸੰਸਦ ਨਾਲ ਜੁੜੀ ਹੋਈ। ਜਦੋਂ ਸੰਸਦ ਦੀ ਗੱਲ ਕਰਦੇ ਹਾਂ ਤਾਂ ਗੱਲ ਨਾਲ ਕਿਸਾਨਾਂ ਦੀ ਵੀ ਹੁੰਦੀ ਆ। ਤੁਹਾਨੂੰ ਪਤਾ ਹੈ ਕਿ ਕਿਸਾਨ ਇਹ ਮੰਗ ਕਰ ਰਹੇ ਹਨ ਕਿ ਤੁਸੀਂ ਸੰਸਦ ਦਾ ਇਜਲਾਸ ਬੁਲਾ ਕੇ ਉਹਦੇ ਵਿੱਚ 3 ਬਿੱਲਾਂ ਨੂੰ ਰੱਦ ਕਰੋ। ਪਰ ਜਿੱਥੇ ਅਗਲੀ ਹੈਡਲਾਈਨ ਦੇ ਵਿੱਚ ਤੁਸੀਂ ਦੱਸਿਆ ਕਿ ਸਰਵਉੱਚ ਸੰਸਦ ਹੀ ਸਰਕਾਰ ਨੇ ਕੈਂਸਲ ਕਰ ਦਿੱਤਾ ਹੈ ਇਸ ਬਹਾਨੇ ਨਾਲ ਕਿ ਕੋਵਿਡ-19 ਦੇ ਕਰਕੇ।
ਸੋ ਕੀ ਜੀ ਹੈ ਪੂਰੀ ਜਾਣਕਾਰੀ? ਹਾਂਜੀ, ਬਹਾਨਾ ਤਾਂ ਮਤਲਬ ਇਹੀ ਲਗਾਇਆ ਗਿਆ ਕਿ ਜਿਹੜਾ ਕਰੋਨਾ ਕਰਕੇ ਜਿਹੜਾ ਸੰਸਦ ਦਾ ਇਜਲਾਸ ਆ ਉਹ ਨਹੀਂ ਬੁਲਾਇਆ ਜਾਊਗਾ, ਜਿਹੜਾ ਸਰਦ ਰੁੱਤ ਦਾ ਬੁਲਾਉਣਾ ਸੀਗਾ। ਤੇ ਜੀ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਸੰਸਦੀ ਮਾਮਲੇ ਬਾਰੇ ਜਿਹੜੇ ਮੰਤਰੀ ਨੇ ਪ੍ਰਹਲਾਦ ਜੋਸ਼ੀ, ਉਹਨਾਂ ਨੇ ਲੋਕ ਸਭਾ ਵਿੱਚ ਜਿਹੜੇ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੂੰ ਇਹ ਸੂਚਿਤ ਪੱਤਰ ਲਿਖਿਆ ਕਿ ਕੋਵਿਡ-19 ਦੇ ਫੈਲਣ ਤੇ ਜਿਹੜੇ ਖਤਰੇ ਦੇ ਮੱਦੇਨਜ਼ਰ ਆ ਜਿਹੜੀਆਂ ਇਹ ਸਾਰੀਆਂ ਪਾਰਟੀਆਂ ਦੇ ਵਿਚਾਰ ਕੀਤਾ ਵਾ ਨੇਤਾਵਾਂ ਨੇ ਕਿ ਜਿਹੜਾ ਵੀ ਸਰਦ ਰੁੱਤ ਦਾ ਜਿਹੜਾ ਸੈਸ਼ਨ ਇਸ ਵਾਰ ਨਹੀਂ ਬੁਲਾਇਆ ਜਾਊਗਾ, ਕਿਉਂਕਿ ਇਸ ਤੋਂ ਪਹਿਲਾਂ ਕਾਫੀ ਜਿਹੜੇ ਆਗੂ ਨੇ, ਵਿਧਾਇਕ ਨੇ, ਉਹ ਧਰਨੇ ਤੇ ਬੈਠੇ ਨੇ ਕਿ ਸੰਸਦ ਦਾ ਜਿਹੜਾ ਇਜਲਾਸ ਆ ਉਹ ਬੁਲਾਇਆ ਜਾਵੇ ਤਾਂ ਕਿ ਜਿਹੜੇ 3 ਬਿੱਲ ਨੇ ਉਹ ਰੱਦ ਕੀਤੇ ਜਾਣ। ਪਰ ਹੁਣ ਅਜਿਹੇ ਟਾਈਮ ਵਿੱਚ ਇੱਕ ਬਿਆਨ ਆ ਜਾਣਾ ਕਿ ਜਿਹੜਾ ਸੰਸਦ ਦਾ ਉਹ ਨਹੀਂ ਬੁਲਾਇਆ ਜਾਊਗਾ ਇਸ ਵਾਰ ਜਿਹੜਾ ਸੈਸ਼ਨ ਆ, ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਸਲ ਗੱਲ ਕਰੋਨਾ ਨਹੀਂ ਹੈ, ਕਿਉਂਕਿ ਦੇ ਦੌਰ ਵਿੱਚ ਹੀ ਜਿਹੜੀਆਂ ਚੋਣਾਂ ਹੋਈਆਂ ਨੇ ਤੇ ਕਰੋਨਾ ਦੇ ਦੌਰ ਵਿੱਚ ਹੀ ਜਿਹੜੀ ਛੱਜ ਪੂਜਾ ਹੋਈ ਤੇ ਕਰੋਨਾ ਦੇ ਦੌਰ ਵਿੱਚ ਹੀ ਹੁਣ ਜਿਹੜਾ ਇਹ ਅੰਦੋਲਨ ਆ ਜਿਹੜਾ ਕਿ ਬਹੁਤ ਵੱਡਾ ਇੱਕ ਮਸਲਾ ਬਣਿਆ ਹੋਇਆ ਪੂਰੇ ਭਾਰਤ ਵਿੱਚ ਹੀ ਉਹ ਚੱਲ ਰਿਹਾ, ਜਿੱਥੇ ਲੱਖਾਂ ਦੀ ਗਿਣਤੀ ਕਿਸਾਨ ਆ ਉਹ ਬੈਠੇ ਨੇ। ਤੇ ਇਹ ਇੱਕ ਬਹਾਨਾ ਅਸਲ 'ਚ ਸਰਕਾਰ ਨੂੰ ਮਿਲ ਗਿਆ ਕਰੋਨਾ ਵਾਇਰਸ ਦਾ। ਅਸਲ ਤਾਂ ਉਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਦੇ ਡਰ ਵਜੋਂ ਜਿਹੜਾ ਸੰਸਦ ਦਾ ਇਜਲਾਸ ਆ ਉਹ ਨਹੀਂ ਬੁਲਾ ਰਹੇ, ਕਿਉਂਕਿ ਅੱਜ ਲਗਾਤਾਰ ਅੰਦੋਲਨ ਦਾ ਜਿਹੜਾ 20ਵਾਂ ਦਿਨ ਚੱਲ ਰਿਹਾ, ਉੱਪਰੋਂ ਠੰਡ ਤੇ ਜਿਹੜੀ ਸੰਘਣੀ ਧੁੰਦ ਆ ਉਹ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਦਿੱਲੀ ਦੇ ਵਿੱਚ। ਤੇ ਪਰ ਫਿਰ ਵੀ ਜਿਹੜੇ ਕਿਸਾਨ ਨੇ ਉਹ ਸਰਹੱਦਾਂ ਤੇ ਜਿਹੜੇ ਡਟੇ ਹੋਏ ਨੇ ਤੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਅੜੇ ਹੋਏ ਨੇ। ਦੂਜੇ ਪਾਸੇ ਸਰਕਾਰ ਵੱਲੋਂ ਵੀ ਜਿਹੜੇ ਨਿਤ ਨਵੇਂ ਜਿਹੜੇ ਪ੍ਰਸਤਾਵ ਆ ਉਹ ਭੇਜੇ ਜਾ ਰਹੇ ਨੇ। ਜੀ ਜੇ ਗੱਲ ਕਰੀਏ ਆਪਾਂ ਤਾਂ ਅੰਦੋਲਨ ਦੇ ਨਾਲ ਜੁੜੀ ਹੋਈ ਅੰਨਾ ਹਜ਼ਾਰੇ ਨੇ ਵੀ ਧਮਕੀ ਦਿੱਤੀ ਹੈ ਕਿ ਅਗਰ ਸਰਕਾਰ ਨੇ ਇਹਨਾਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੈਂ ਅਨਸ਼ਨ ਕਰਾਂਗਾ। ਕੀ ਕਹਿਣਾ ਚਾਹੁੰਦੇ ਹਨ? ਹਾਂਜੀ, ਜਿਹੜੇ ਅੰਨਾ ਹਜ਼ਾਰੇ ਨੇ ਉਹਨਾਂ ਨੇ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਕੇਂਦਰ ਸਰਕਾਰ ਦੇ ਖਿਲਾਫ ਉਹ ਭੁੱਖ ਹੜਤਾਲ ਕਰਨਗੇ। ਤੇ ਇਸ ਤੋਂ ਇਲਾਵਾ ਅੰਨਾ ਹਜ਼ਾਰੇ ਨੇ ਜਿਹੜੀ CAPC ਨੂੰ ਖੁਦ ਮੁਖਤਿਆਰੀ ਦੇਣ ਦੀ ਜਿਹੜੀ ਮੰਗ ਕੀਤੀ ਹੈ। ਤੇ ਜੇ ਆਪਾਂ ਗੱਲ ਕਰੀਏ, ਪਹਿਲਾਂ 2019 ਵਿੱਚ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਜਿਹੜੇ ਅਹਿਮਦਨਗਰ ਵਿੱਚ ਪਿੰਡ ਰਾਲੇਗੜ੍ਹ ਵਿੱਚ ਸਿੱਧੀ ਭੁੱਖ ਹੜਤਾਲ ਜਿਹੜੀ ਕੀਤੀ ਸੀ। ਤੇ ਫਿਰ ਜਦੋਂ ਲਿਖਤੀ ਭਰੋਸਾ ਉਹਨਾਂ ਨੂੰ ਮਿਲਿਆ ਸੀ, ਉਦੋਂ ਬਾਅਦ ਉਹਨਾਂ ਨੇ 5 ਫਰਵਰੀ 2019 ਨੂੰ ਆਪਣੀ ਜਿਹੜੀ ਭੁੱਖ ਹੜਤਾਲ ਆ ਉਹ ਖਤਮ ਕਰ ਲਈ ਸੀ। ਤੇ ਇਹਨਾਂ ਨੇ ਹੁਣ ਪੂਰਾ ਸਾਰਾ ਪੱਤਰ ਆਪਣਾ ਨਾਲ ਜੋੜਿਆ ਵੀ ਜੋ ਵੀ ਇਹਨਾਂ ਨੇ ਭੁੱਖ ਹੜਤਾਲ ਕੀਤੀ ਸੀ, ਤੇ ਨਾਲ ਸਪਸ਼ਟ ਕੀਤਾ ਵਾ ਕਿ ਜਿਹੜੀ ਇੱਕ ਉੱਚ ਪੱਧਰੀ ਕਮੇਟੀ ਤਿਆਰ ਕੀਤੀ ਜਾਵੇ ਤੇ ਤਾਂ ਕਿ ਜਿਹੜੀਆਂ ਵੀ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ ਜਾਣ। ਤੇ ਇਹਨਾਂ ਦੇ ਵਿੱਚ ਸਮਰਥਨ ਵਿੱਚ ਆ ਗਏ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇ ਇਹ ਮੰਗਾਂ ਇਹਨਾਂ ਦੀਆਂ ਜਲਦੀ ਨਹੀਂ ਮੰਗੀਆਂ ਜਾਂਦੀਆਂ ਤਾਂ ਉਹ ਜਲਦ ਹੀ ਇਹ ਜਿਹੜਾ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਜੀ ਜਦੋਂ ਗੱਲ ਕਰਦੇ ਹਾਂ ਆਪਾਂ, ਜਿਹੜੇ ਤਾਂ ਭਾਜਪਾ ਨਾਲ ਜੁੜੇ ਹੋਏ ਸਾਰੇ MP ਆ ਜਾਂ MPP ਆ ਉਹ ਸਮਰਥਨ ਹੀ ਕਰਦੇ ਆ, ਚਾਹੇ ਉਹ ਪੰਜਾਬ ਦੇ ਕਿਉਂ ਨਾ ਹੋਣ, ਜਿੱਥੇ ਏਡਾ ਵੱਡਾ ਅੰਦੋਲਨ ਵੀ ਉੱਠਿਆ ਹੈ। ਉੱਥੇ ਹੀ ਮੱਧ ਪ੍ਰਦੇਸ਼ ਦੇ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਨੇ ਕਿਸਾਨਾਂ ਨੂੰ ਦਲਾਲ ਦਾ ਕਾਰਡ ਦਿੱਤਾ। ਕੀ ਵਜ੍ਹਾ ਉਹਨਾਂ ਦੀ? ਜੀ ਹਾਂਜੀ, ਜਿੱਦਾਂ ਹੁਣ ਕਿਸਾਨ ਆ ਜਿਹੜੇ ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਜਿੱਤੇ ਅੜੇ ਹੋਏ ਨੇ। ਹਾਲਾਂਕਿ ਕਿਸਾਨਾਂ ਨੂੰ ਵੀ ਹੁਣ ਇਹ ਦਿਸਦਾ ਨਜ਼ਰ ਆ ਰਿਹਾ ਕਿ ਜਿਹੜਾ ਇਹ ਅੰਦੋਲਨ ਆ ਇਹ ਜਲਦ ਹੁਣ ਖਤਮ ਹੋਣ ਵਾਲਾ ਨਹੀਂ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਅੱਜ ਸੰਸਦ ਦਾ ਇਜਲਾਸ ਜਿਹੜਾ ਬੁਲਾਇਆ ਜਾਣਾ ਸੀ ਤਾਂ ਸਰਕਾਰ ਨੇ ਮਨਾ ਕਰ ਦਿੱਤਾ, ਤੇ ਹੋ ਸਕਦਾ ਹੈ ਕਿ ਜਿਹੜਾ ਅੰਦੋਲਨ ਆ ਇਹ ਲੰਬਾ ਚੱਲੇ। ਤੇ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਵੀ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ। ਤੇ ਜਿਹੜੇ ਵੱਖ-ਵੱਖ ਸਿਆਸੀ ਇਸ ਟਾਈਮ ਹੈਗੇ ਆ ਸਿਆਸਤਦਾਨ, ਉਹ ਆਪਣੇ ਜਿਹੜੇ ਪੱਖ ਆ ਉਹ ਰੱਖ ਰਹੇ ਆ। ਤੇ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਇਸ ਵਾਰ ਖੇਤੀਬਾੜੀ ਕਾਨੂੰਨਾਂ ਸੰਬੰਧੀ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਮਲਾਵਰ ਜਿਹੜਾ ਹੋ ਗਈ ਹੈ। ਤੇ ਜਿੱਥੇ ਇੱਕ ਪਾਸੇ ਸਰਕਾਰ ਕਾਨੂੰਨਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਕਾਨੂੰਨਾਂ ਪ੍ਰਤੀ ਉਹਨਾਂ ਨੂੰ ਦੱਸ ਰਹੀ ਹੈ ਕਿ ਕਾਨੂੰਨ ਤੁਹਾਡੇ ਫਾਇਦੇ ਵਿੱਚ ਨੇ, ਪਰ ਕਈ ਨੇਤਾ ਅਜਿਹੇ ਨੇ ਜੋ ਆਪਣੇ ਜਿਹੜੇ ਬਿਆਨ ਕਰਕੇ ਉਹ ਜ਼ਰੂਰ ਜਨਤਾ ਦੀਆਂ ਜਿਹੜੀਆਂ ਨਜ਼ਰਾਂ ਦੇ ਵਿੱਚ ਆ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਆ ਊਸ਼ਾ ਠਾਕੁਰ, ਉਹਨੇ ਜਨਤਾ ਪਾਰਟੀ ਤੇ ਜਿਹੜੀ ਕੇਂਦਰ ਸਰਕਾਰ ਦਾ ਬਚਾਅ ਕਰਦੇ ਹੋਏ ਇੱਕਦਮ ਕਿਸਾਨ ਦੇ ਨੁਮਾਇੰਦਿਆਂ ਤੇ ਹਮਲਾ ਬੋਲਿਆ, ਤੇ ਜਿਸ ਕਰਕੇ ਹੁਣ ਉਹਨਾਂ ਨੂੰ ਚਾਰੇ ਪਾਸਿਓਂ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਸਾਫ਼-ਸਾਫ਼
ਕਿਹਾ ਕਿ ਜਿਹੜੀ ਕਿਸਾਨੀ ਅੰਦੋਲਨ ਦੀ ਜਿਹੜੀ ਅਗਵਾਈ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਉੱਚੇ ਆਗੂ ਨੇ, ਜੋ ਮੀਟਿੰਗਾਂ ਕਰਦੇ ਕੇਂਦਰ ਸਰਕਾਰ ਨਾਲ, ਉਹਨਾਂ ਨੂੰ ਉੱਚ ਪੱਧਰੀ ਦਲਾਲ ਤੱਕ ਕਹਿ ਦਿੱਤਾ ਤੇ ਨਾਲ ਦੀ ਨਾਲ ਕਿਹਾ ਕਿ ਇਹ ਜਿਹੜਾ ਸਾਰਾ ਵੀ ਅੰਦੋਲਨ ਚੱਲ ਰਿਹਾ ਹੈ ਇੱਕ ਉੱਚ ਪੱਧਰੀ ਦਲਾਲ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ, ਪਰ ਜਿਹੜੀ ਇਹ ਝੂਠ ਦੀ ਸਾਜ਼ਿਸ਼ ਆ ਉਹ ਬਹੁਤੀ ਦੇਰ ਨਹੀਂ ਚੱਲੀ। ਇਹ ਜਿਹੜਾ ਨਾਂ ਉਹਨਾਂ ਨੇ ਦਿੱਤਾ, ਜਿਸ ਕਰਕੇ ਜਿਹੜਾ ਉਹਨਾਂ ਨੂੰ ਚਾਰੇ ਪਾਸੇ ਹੁਣ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦੇ ਮੁੱਖ ਮੰਗਾਂ ਨੇ ਖੇਤੀ ਦੇ 3 ਕਾਨੂੰਨ ਵਾਪਸ ਲੈਣਾ, ਬਿਜਲੀ ਸੋਧ ਬਿੱਲ, ਪਰਾਲੀ ਵਾਲਾ ਐਕਟ ਤੇ ਜਿਹੜੀਆਂ ਸਾਰੀਆਂ ਫਸਲਾਂ ਦੀ ਖਰੀਦ ਦੀ ਸਰਕਾਰੀ ਖਰੀਦ ਦੀ ਗਰੰਟੀ ਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਭਾਅ ਦਿੱਤੇ ਜਾਣ। ਇਹ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਵਾ। ਇਹਦੇ ਨਾਲ ਜਿਹੜੀ ਕੇਂਦਰ ਸਰਕਾਰ ਹੁਣ ਕੀ ਕਰ ਰਹੀ ਆ ਵੀ ਜਿੱਥੇ ਅੰਦੋਲਨ ਹੈ ਪੂਰੀ ਤਰ੍ਹਾਂ ਜੈਮਰ ਲੱਗੇ ਹੋਏ, ਨੈੱਟ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਵਾ। ਇਹ ਤੋਂ ਗਾਹਾਂ ਜਿਹੜੇ ਇੱਥੇ ਦਿੱਲੀ ਦੇ ਅੰਦਰ ਸਾਡਾ ਧਰਨਾ ਜਿਹੜਾ ਵਾ ਕੁੰਡਲੀ ਸਿੰਘੂ ਬਾਰਡਰ ਜਿਹੜਾ ਵਾ ਉਹ ਦਿੱਲੀ ਦੇ ਅੰਦਰ ਚੱਲ ਰਿਹਾ ਵਾ। ਉਹ ਇੱਕ ਚਰਾਹਾ ਵਾ, ਉੱਤੇ ਕਾਫੀ ਵੱਡੀ ਟ੍ਰੈਫਿਕ ਜਿਹੜੀ ਆਪਣੀ ਜਥੇਬੰਦੀ ਨੇ ਜਾਮ ਕੀਤੀ ਹੋਈ ਆ। ਉਦੋਂ ਗਾਂ ਲਾਗੇ ਇੱਥੇ ਦਿੱਲੀ ਸਰਕਾਰ ਦਾ ਏਰੀਆ ਹੁੰਦਾ, ਬਿਜਲੀ ਗੁੱਲ ਰਹਿੰਦੀ ਆ। ਸੁਬਾਹ ਲੋਕਾਂ ਨੂੰ ਪਾਣੀ ਦੀ ਸਮੱਸਿਆ, ਵਾਸ਼ਰੂਮ ਕਰਨ ਦੀ ਸਮੱਸਿਆ ਵੀ ਇੱਥੇ ਵੱਡੇ ਪੱਧਰ 'ਤੇ ਆ ਰਹੀ ਆ। ਹਾਂ, ਜਿੱਥੇ ਜਿੱਥੇ ਵੀ ਅਸੀਂ ਧਰਨੇ ਮੁਜ਼ਾਹਰੇ ਕਰ ਰਹੇ ਹਾਂ, ਕਿਉਂਕਿ ਕਿਲੋਮੀਟਰਾਂ ਤੱਕ ਸਾਡਾ ਇੱਕ ਖੰਡਾਅ ਵਾ, 2-2 2.5 ਕਿਲੋਮੀਟਰ, ਤੇ ਇਹਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੱਸਿਆ ਤਾਂ ਕੁਛ ਆਉਂਦੀਆਂ ਹੋਣਗੀਆਂ ਬਾਹਰ ਅੰਦਰ ਜਾਣ ਦੀਆਂ। ਉੱਥੇ ਜੇ ਕੋਈ ਫੈਕਟਰੀ ਦੀ ਸਮੱਸਿਆ ਹੋ, ਕੋਈ ਮਾਲ ਕੱਚਾ, ਪਰ ਕੇਂਦਰ ਕੀ ਕਰ ਰਿਹਾ? ਇੱਧਰ ਲੋਕਲ ਹਿੰਦੀ ਦੀਆਂ ਅਖਬਾਰਾਂ 'ਚ ਕੁਛ ਥੋੜ੍ਹੇ ਬਹੁਤੇ ਪ੍ਰਚਾਰ ਮਾਧਮ ਉਹ ਇਹ ਸਾਰਾ ਠੀਕਰਾ ਕਿਸਾਨਾਂ ਸਿਰ ਭੰਨ ਰਹੇ ਵੀ ਕਿਸਾਨ ਇਹਦੇ ਲਈ ਜ਼ਿੰਮੇਵਾਰ ਆ। ਕਿਉਂ ਅਸੀਂ ਜ਼ਿੰਮੇਵਾਰ ਆ? ਅਸੀਂ 4 ਮਹੀਨੇ ਦੇ ਅੰਦੋਲਨ ਲੜ ਰਹੇ ਹਾਂ। ਇੱਥੇ 1 ਮਹੀਨਾ ਪਹਿਲਾਂ ਐਲਾਨ ਕਰਕੇ ਆਏ ਹਾਂ। ਸਾਨੂੰ ਦਿੱਲੀ ਜਾਣ ਤੋਂ ਅੱਗੇ ਜੰਤਰ ਮੰਤਰ ਜਾਂ ਹੋਰਨਾਂ ਖੁੱਲੀਆਂ ਤਾਂ ਰੋਕਿਆ ਕਿੰਨੇ ਆ? ਮੋਦੀ ਜੀ ਨੇ ਰੱਖਿਆ ਬੈਰੀਕੇਡਿੰਗ ਕਰਕੇ। ਸੋ ਇਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਆ। ਅੱਜ ਸਾਰੇ ਸਾਡੀਆਂ ਮੰਗਾਂ ਮੰਨ ਲੈਣ, ਅੱਜ ਅਸੀਂ ਵਾਪਸ ਹੋਣ ਨੂੰ ਤਿਆਰ ਹਾਂ। ਹਾਂ, ਇਹਦੇ ਨਾਲ ਕੱਲ੍ਹ ਜਿਹੜੇ ਰੱਖਿਆ ਮੰਤਰੀ ਦਾ ਬਿਆਨ ਆਇਆ ਵੀ ਸਾਡੇ ਜਿਹੜੇ ਖੇਤੀ ਕਾਨੂੰਨ ਆ ਉਹ ਮਾਂ ਵਰਗੇ ਆ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ। ਸਗੋਂ ਇਹ ਹੋਣਾ ਚਾਹੀਦਾ ਵੀ ਕਿਸਾਨਾਂ ਦੀ ਮਾਂ ਵਰਗੀ ਜ਼ਮੀਨ ਤੇ ਖੇਤੀ ਮੰਡੀ ਜਿਹਦੇ ਨਾਲ ਸਾਡਾ ਢਿੱਡ ਪੂਰਤੀ ਹੁੰਦੀ ਆ, ਉਹ ਕਾਰਪੋਰੇਟ ਘਰਾਣਿਆਂ ਨੇ ਹਵਾਲੇ ਕਰ ਲਈ। ਜਿਹੜਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ, ਔਰ ਇਹ ਤੋਂ ਗਾਂ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਲਗਾਤਾਰ ਦੇਸ਼ ਨੂੰ ਗੁੰਮਰਾਹ ਕਰਨ ਦਾ ਬਿਆਨ ਦੇ ਰਹੇ ਨੇ। ਮੋਦੀ ਜੀ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ। ਤੁਸੀਂ ਕਹੋਗੇ ਮੀਡੀਆ 'ਚ ਆ ਰਿਹਾ ਵੀ ਅਸੀਂ ਤਾਂ ਗੱਲ ਕਰਨਾ ਚਾਹੁੰਦੇ, ਉਹ ਸਿਰਫ ਇਸੇ ਕਰਕੇ ਮੀਡੀਆ 'ਚ ਗੱਲਾਂ ਕਰ ਰਹੇ ਨੇ ਵੀ ਜਿਹੜੇ ਭਾਰਤ ਦੇ ਵੱਡੇ ਹਿੱਸੇ ਨੂੰ ਬਦਨਾਮ ਜਿਹੜਾ ਵਾ ਉਹਦੇ ਵਿੱਚ ਕਿਸਾਨ ਆਗੂਆਂ ਦੀ ਬਦਨਾਮੀ ਕਿਵੇਂ ਕੀਤੀ ਜਾ ਸਕੀ, ਵੀ ਕਿਸਾਨ ਅੜੀਅਰ ਰਵੱਈਆ ਅਪਣਾ ਰਹੇ ਨੇ, ਜਦ ਕਿ ਕਿਸਾਨ ਨਹੀਂ ਅੜੀਅਰ ਰਵੱਈਆ ਆ ਰਹੇ, ਕੇਂਦਰ ਅਪਣਾ ਰਹੀ ਆ। ਔਰ ਜੇ ਗੱਲ ਵੀ ਕਰਨੇ ਤਾਂ ਕਹਿੰਦੇ ਇਹ ਕਹੋ ਵੀ ਭਾਈ ਗੱਲ-ਗੁੱਲ ਕਰਨੀ ਆ ਕਰ ਲਓ, ਕਾਨੂੰਨ ਵਾਪਸ ਨਹੀਂ ਲਏ ਜਾਣੇ। ਸੋ ਇਹ ਗੱਲਾਂ ਨੇ। ਸੋ ਮੋਦੀ ਜੀ ਨੂੰ ਹੱਡ ਧਰਮੀ ਛੱਡ ਕੇ ਜਿਹੜੇ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ। ਜਿੱਥੇ ਦਿੱਲੀ ਵਿੱਚ ਸਾਡਾ ਮੋਰਚਾ ਚੱਲ ਰਿਹਾ, ਅਸੀਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹ ਲੰਮਾ ਚੱਲਣਾ ਅੰਦੋਲਨ, ਇਹ ਨਹੀਂ ਮੁੱਕਣ ਵਾਲਾ। ਇਸ ਕਰਕੇ ਪਿੰਡਾਂ ਵਿੱਚੋਂ ਫੰਡ, ਆਪਣੀ ਵੱਡੀ ਤਿਆਰੀ ਤੇ ਵੱਡੀ ਲਾਮਬੰਦੀ ਕਰੋ, ਸਾਰੇ ਵਰਗਾਂ ਕੋ ਜਾਓ। ਇਹ ਕਿਸਾਨੀ ਦਾ ਅੰਤਮ ਅੰਦੋਲਨ ਆ ਤੇ ਇਸ ਅੰਦੋਲਨ ਨੂੰ ਹਰ ਕਿਸਮ ਦੇ ਵਿੱਚ ਫਤਿਹ ਕਰਾਂਗੇ। ਇਹ ਤੋਂ ਬਗੈਰ ਨਹੀਂ ਮੁੜਾਂਗੇ। ਪੰਜਾਬ ਵਿੱਚ ਚੱਲ ਰਹੇ ਅੰਦੋਲਨ ਉਹ ਵੀ ਪੂਰੀ ਤਰ੍ਹਾਂ ਚੱਲ ਰਹੇ ਆ ਤੇ ਲਗਾਤਾਰ ਜਿਹੜਾ ਵਾ ਹੁਣ ਗਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਹੋਰ ਅੰਦੋਲਨ ਵਿੱਚ ਤੇਜ਼ੀ ਲਿਆਵਾਂਗੇ ਔਰ ਲਹਿਰ ਨੂੰ ਹੋਰ ਵੱਡੀ ਕਰਾਂਗੇ। ਹਰ ਕਿਸਮ ਦਾ ਜਿਹੜਾ ਕੇਂਦਰ ਦਾ ਵਾਰ ਆ ਉਹਨੂੰ ਨਾਕਾਮ ਕਰਾਂਗੇ। ਜਿਹੜੇ ਫਰਜ਼ੀ ਕਿਸਮ ਦੀਆਂ ਜਥੇਬੰਦੀਆਂ ਖੜੀਆਂ ਕਰਕੇ, ਬੰਦੇ ਖੜੇ ਕਰਕੇ ਇਹ ਕਿਹਾ ਜਾ ਰਿਹਾ ਵੀ ਆਹ ਬੰਦੇ ਕਾਨੂੰਨ ਦੇ ਹੱਕ ਵਿੱਚ ਆ, ਇਹੋ ਜਿਹੀ ਕੋਈ ਗੱਲ ਨਹੀਂ। ਬਿਲਕੁਲ ਸਚੇਤ ਰਹੋ, ਸਿਆਣੇ ਬਣ ਕੇ ਰਹੋ। ਲਹਿਰ ਇੱਕ ਮੁੱਠਿਆ, ਸਾਰੇ ਆਗੂ ਇੱਕ ਮੁੱਠਿਆ। ਕੇਂਦਰ ਦੇ ਖਿਲਾਫ ਇਸੇ ਤਰ੍ਹਾਂ ਜੰਗ ਜਾਰੀ ਰੱਖਾਂਗੇ। ਅੰਤ ਨੂੰ ਪੰਜਾਬੀਆਂ ਦੀ, ਦੇਸ਼ ਵਾਸੀਆਂ ਦੀ ਜਿੱਤ ਹੋਣੀ ਆ। ਮੋਦੀ ਸਰਕਾਰ, ਉਹਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣੇ ਹਾਰਨਗੇ। ਧੰਨਵਾਦ ਜੀ। ਜੇ ਗੱਲ ਕਰੀਏ ਪ੍ਰਧਾਨ ਮੰਤਰੀ ਦੇ ਬਿਆਨ ਦੀ ਕਿ ਜਿਹੜੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਡਰਾਇਆ ਜਾ ਰਿਹਾ, ਉਹਨਾਂ ਦਾ ਇਸ਼ਾਰਾ ਕਿਹਦੇ ਵੱਲ ਹੈ? ਇਹ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਦੌਰੇ ਤੇ ਹਨ ਤੇ ਉੱਥੇ ਉਹਨਾਂ ਨੇ ਕਈ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਨੇ ਤੇ ਅੱਜ ਉਹਨਾਂ ਨੇ ਸੋਲਰ ਪਾਰਕ ਦਾ ਜਿਹੜਾ ਨੀਂਹ ਪੱਥਰ ਰੱਖਿਆ। ਤੇ ਜਿੱਦਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅੰਦੋਲਨ ਨੂੰ ਬਖੇਰਨ ਦੀਆਂ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਤੇ ਉੱਥੇ ਹੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ ਤੇ ਇੱਕ ਤਰ੍ਹਾਂ ਦਾ ਸੰਬੋਧਨ ਉਹਨਾਂ ਨੂੰ ਕੀਤਾ ਤੇ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਡਰਾਉਣ ਲਈ ਦਿੱਲੀ ਦੇ ਜਿਹੜੇ ਆਲੇ ਦੁਆਲੇ ਇੱਕ ਸਾਜ਼ਿਸ਼ ਚੱਲ ਰਹੀ ਹੈ। ਉਹਨਾਂ ਨੇ ਮਤਲਬ ਡਰਾਉਣ ਤੋਂ ਮਤਲਬ ਇਹ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਦੱਸਣਾ ਚਾਹਿਆ ਕਿ ਜਿਹੜੇ ਬਿੱਲ ਨੇ ਤੁਹਾਡੇ ਹੱਕ ਵਿੱਚ ਨੇ। ਉਹਨਾਂ ਨੇ ਕਿਹਾ ਕਿ ਜੇ ਕੋਈ ਤੁਹਾਡੇ ਤੋਂ ਦੁੱਧ ਲੈਂਦਾ ਵਾ
ਜਾਂ ਦੁੱਧ ਲੈਣ ਦਾ ਸਮਝੌਤਾ ਕਰਦਾ, ਕੀ ਉਹ ਤੁਹਾਡੀਆਂ ਮੱਝਾਂ ਨਾਲ ਲੈ ਜਾਂਦਾ। ਇਸੇ ਤਰ੍ਹਾਂ ਜਿਹੜੇ ਪਸ਼ੂ ਪਾਲਕ ਹੁੰਦੇ ਆ ਉਹਨਾਂ ਨੂੰ ਜਿਸ ਤਰ੍ਹਾਂ ਦੀ ਉਸੇ ਤਰ੍ਹਾਂ ਦੀ ਹੀ ਆਜ਼ਾਦੀ ਅਸੀਂ ਨੂੰ ਦੇ ਰਹੇ ਆ। ਜਦ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਪਰ ਜਿਹੜੀ ਜੋ ਵੀ ਸਰਕਾਰ ਕਰੂਗੀ ਉਹ ਕਿਸਾਨਾਂ ਦੇ ਹੱਕ ਵਿੱਚ ਹੀ ਕਰੂਗੀ। ਤੇ ਇਹ ਜਿਹੜਾ ਫੈਸਲਾ ਹੈ ਇੱਕ ਇਤਿਹਾਸਿਕ ਫੈਸਲਾ ਵਾ, ਪਰ ਜਿਹੜੇ ਲੋਕ ਨੇ ਜਥੇਬੰਦੀਆਂ ਤੇ ਉਹਨਾਂ ਨੇ ਸਪੈਸ਼ਲੀ ਉਂਗਲ ਚੱਕੀ ਹੈ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਤੇ ਸਮੇਂ ਦੇ ਨਾਲ ਜਿਹੜਾ ਬਦਲਣਾ ਚਾਹੀਦਾ ਵਾ, ਤੇ ਜਿਹੜੀ ਖੇਤੀ ਨੂੰ ਆਧੁਨਿਕਤਾ ਨਾਲ ਉਹਨਾਂ ਨੇ ਦੱਸਿਆ ਕਿ ਜੋੜਨਾ ਚਾਹੀਦਾ, ਤੇ ਜਿਹੜੀਆਂ ਕਿਸਾਨਾਂ ਨੂੰ ਆਪਣੇ ਆਪ 'ਚ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕਿਤੇ ਵੀ ਆਪਣੀ ਜਿਹੜੀ ਫਸਲ ਵੇਚ ਸਕਣ। ਇਸੇ ਤਰ੍ਹਾਂ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਕਿਸਾਨਾਂ ਨੂੰ ਦਿੱਤੀਆਂ, ਤੇ ਮਤਲਬ ਕੋਸ਼ਿਸ਼ ਕੀਤੀ ਤਾਂ ਕਿ ਜਿਹੜੇ ਕਿਸਾਨ ਨੇ ਉਹ ਜੋ ਵੀ ਉਹ ਸਮਝਾਉਣਾ ਚਾਹੁੰਦੇ ਆ ਉਹ ਸਮਝ ਜਾਣ, ਤੇ ਜਿਹੜਾ ਇਹ ਅੰਦੋਲਨ ਆ ਉਹਦੇ ਹੱਕ ਵਿੱਚ ਨਾ ਖੜੇ ਹੋਣ। ਜੀ ਜੀ ਜਦੋਂ ਗੱਲ ਕਰੀਏ ਕੇਜਰੀਵਾਲ ਦੇ ਬਿਆਨ ਦੀ ਕਿ ਉਹਨਾਂ ਨੇ ਕਿਹਾ ਯੂਪੀ ਦੇ ਵਿੱਚ ਅਸੀਂ 2022 ਦੇ ਵਿੱਚ ਚੋਣਾਂ ਲੜਾਂਗੇ। ਜੇ ਆਪਾਂ ਨੂੰ ਯਾਦ ਹੋਵੇ ਜਦੋਂ ਪਹਿਲੀ ਵਾਰੀ ਦਿੱਲੀ ਵਿੱਚ ਚੋਣਾਂ ਜਿੱਤੇ ਸੀ ਤਾਂ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਨੇ ਕਿ ਸਾਰੀ ਇੰਡੀਆ ਵਿੱਚ ਲੜੀਆਂ ਜਾਣ। ਇੱਕ ਪੰਜਾਬ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹੁਣ ਇੱਕ ਵਾਰੀ ਫੇਰ ਐਲਾਨ ਹੋਇਆ, ਕੀ ਕਾਰਨ ਹੈ? ਹਾਂਜੀ, ਅੱਜ ਹੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ 2022 ਵਿੱਚ ਉਹ ਉੱਤਰ ਪ੍ਰਦੇਸ਼ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਲੜੂਗੀ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਉੱਤਰ ਪ੍ਰਦੇਸ਼ ਵਿੱਚ ਆਪਾਂ ਸਥਿਤੀ ਜਾਣਦੇ ਆ ਕਿ ਕਈ ਸਰਕਾਰਾਂ ਆਈਆਂ, ਕਈ ਗਈਆਂ, ਪਰ ਹਰ ਇੱਕ ਸਰਕਾਰ ਨੇ ਜਿਹੜੇ ਆਪਣਾ ਘਰ ਭਰਨ ਦਾ ਹੀ ਕੰਮ ਕੀਤਾ ਵਾ। ਤੇ ਜਿਹੜੀ ਜੋ ਵੀ ਉੱਤਰ ਪ੍ਰਦੇਸ਼ ਵਿੱਚ ਵਿਕਾਸ ਨਹੀਂ ਹੋਇਆ, ਉੱਥੋਂ ਦਾ ਜਿਹੜਾ ਮੇਨ ਕਾਰਨ ਆ ਉੱਥੋਂ ਦੀ ਗੰਦੀ ਰਾਜਨੀਤੀ ਤੇ ਜਿਹੜੇ ਭ੍ਰਿਸ਼ਟ ਨੇਤਾ ਨੇ ਜਾਂ ਜੋ ਨੇਤਾ ਨੇ। ਫਿਰ ਉਹਨਾਂ ਨੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਨੇ ਉਹਨਾਂ ਨੂੰ ਹਮੇਸ਼ਾ ਸਿਹਤ ਤੇ ਸੁਰੱਖਿਆ ਲਈ ਦਿੱਲੀ ਦਾ ਹੀ ਰੁਖ ਕਰਨਾ ਪੈਂਦਾ, ਕਿਉਂਕਿ ਜੇਕਰ ਉੱਤਰ ਪ੍ਰਦੇਸ਼ ਵਿੱਚ ਵੀ ਸਾਰਾ ਕੁਝ ਵਧੀਆ ਹੋਵੇ, ਫੈਸਿਲਿਟੀਜ਼ ਹੋਣ, ਤਾਂ ਲੋਕ ਉੱਥੋਂ ਇੱਥੇ ਨਾ ਆਉਣ। ਨਾਲ ਦੀ ਨਾਲ ਉਹਨਾਂ ਨੇ ਫਿਰ ਐਗਜ਼ਾਮਪਲ ਜਿੱਦਾਂ ਹੁਣ ਕਲੀਨਿਕ ਹੋ ਗਏ, ਮੁਫਤ ਬਿਜਲੀ ਆ, ਮੁਫਤ ਪਾਣੀ ਆ ਮਿਲ ਸਕਦਾ, ਤਾਂ ਉੱਤਰ ਪ੍ਰਦੇਸ਼ ਵਿੱਚ ਕਿਉਂ ਨਹੀਂ ਮਿਲ ਸਕਦਾ। ਫਿਰ ਉਹਨਾਂ ਨੇ ਕਿਹਾ ਕਿ ਜੋ ਵੀ ਅਸੀਂ ਕਰਾਂਗੇ ਉਹ ਲੋਕਾਂ ਦੀ ਭਲਾਈ ਦੇ ਲਈ ਹੀ ਕਰਾਂਗੇ, ਕਿਉਂਕਿ ਦਿੱਲੀ ਵਰਗੀਆਂ ਸਹੂਲਤਾਂ ਯੂਪੀ ਦੇ ਲੋਕਾਂ ਨੂੰ ਚਾਹੀਦੀਆਂ ਨੇ। ਜੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਯੂਪੀ ਦੇ ਦਿੰਦੇ ਆ ਯੂਪੀ ਦੇ ਲੋਕ, ਤਾਂ ਇੱਥੋਂ ਵੀ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਆ ਉੱਥੇ ਮੁਹੱਈਆ ਕਰਵਾਈ ਜਾਊਗੀ। ਉੱਥੋਂ ਦੀ ਬਿਹਤਰ ਸਿੱਖਿਆ ਲਈ, ਸਿਹਤ ਲਈ, ਤੇ ਜਿਹੜੀਆਂ ਮੁਫਤ ਬਿਜਲੀ ਪਾਣੀ ਦੀਆਂ ਸਹੂਲਤਾਂ ਦੇ ਲਈ ਹੀ ਉਹਨਾਂ ਲਈ ਕੰਮ ਕੀਤਾ ਜਾਊਗਾ, ਤੇ ਜਿਹੜੀ ਹੋ ਸਕਦਾ ਕਿ ਉੱਥੇ ਬਣ ਜਾਵੇ। ਜੀ ਜਦੋਂ ਗੱਲ ਕਰਦੇ ਆਪਾਂ ਕਰੋਨਾ ਵਾਇਰਸ ਦੀ, ਤਾਂ ਜਿਹੜੇ ਸਾਡੇ ਫਰੰਟ ਲਾਈਨ ਵਰਕਰਸ ਆ, ਚਾਹੇ ਨਰਸਾਂ, ਚਾਹੇ ਡਾਕਟਰਸ ਆ, ਉਹਨਾਂ ਦਾ ਕਿੱਡਾ ਵੱਡਾ ਯੋਗਦਾਨ ਰਿਹਾ। ਇੱਥੋਂ ਤੱਕ ਉਹਨਾਂ ਨੂੰ ਆਪਣੀ ਜ਼ਿੰਦਗੀਆਂ ਵੀ ਜਿਹੜੀਆਂ ਹੈਗੀਆਂ ਗਵਾਉਣੀਆਂ ਪਈਆਂ ਇਸ ਕਰਕੇ। ਪਰ ਤੁਸੀਂ ਅਗਲੀ ਹੈਡਲਾਈਨ ਦੇ ਵਿੱਚ ਦੱਸਿਆ ਕਿ ਏਮਸ ਦੀ ਜਿਹੜੀ ਯੂਨੀਅਨ ਆ ਨਰਸਾਂ ਦੀ, ਉਹਨਾਂ ਨੇ ਹੜਤਾਲ ਦੀ ਧਮਕੀ ਦਿੱਤੀ ਆ। ਕੀ ਆ ਇਹ ਪੂਰਾ ਮਾਮਲਾ? ਹਾਂਜੀ, ਨਵੀਂ ਦਿੱਲੀ ਵਿੱਚ ਜਿਹੜੇ ਏਮਸ ਦੇ ਹੈਗੇ ਆ ਹਸਪੀਟਲ, ਉੱਥੋਂ ਦੀ ਜਿਹੜੀਆਂ ਨਰਸ ਯੂਨੀਅਨ ਆ ਉਹਨਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਜਿਹੜੀ ਇਹ ਐਲਾਨ ਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੀਤਾ ਗਿਆ, ਤੇ ਉਹਨਾਂ ਨੇ ਮੰਗਾਂ ਜੋ ਆਪਣੀਆਂ ਰੱਖੀਆਂ ਸੀਗੀਆਂ ਜੋ ਪੂਰੀਆਂ ਨਹੀਂ ਹੋਈਆਂ, ਤੇ ਅੱਜ ਹੀ ਉਹ ਅਣਮਿੱਥੇ ਸਮੇਂ ਲਈ ਜਿਹੜੇ ਚਲੇ ਗਏ ਨੇ ਹੜਤਾਲ ਤੇ। ਇਹਦੇ ਵਿੱਚ ਜਿਹੜੀਆਂ ਮੰਗਾਂ ਨੇ ਇਹ 6ਵੀਂ ਕੇਂਦਰੀ ਤਨਖਾਹ ਆਯੋਗ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹ ਵੀ ਸ਼ਾਮਿਲ ਨੇ। ਤੇ ਇਸ ਦੇ ਨਾਲ ਹੀ ਜਿਹੜੇ ਏਮਸ ਦੇ ਡਾਇਰੈਕਟਰ ਨੇ ਰਣਦੀਪ ਗੁਲੇਰੀਆ, ਉਹਨਾਂ ਨੇ ਇਹ ਅਪੀਲ ਕੀਤੀ ਆ ਕਿ ਜਿਹੜੀ ਨਰਸਾਂ ਨੇ ਉਹਨਾਂ ਨੂੰ ਹੁਣ ਇਸ ਟਾਈਮ ਨਰਸ ਯੂਨੀਅਨ ਮਤਲਬ ਹੜਤਾਲ ਤੇ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਸਾਡੀ ਬਦਕਿਸਮਤੀ ਹੈ। ਕਿਉਂਕਿ ਹੁਣ ਥੋੜਾ ਹੀ ਸਮਾਂ ਰਹਿ ਗਿਆ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਜਨਵਰੀ 'ਚ ਹੋ ਸਕਦਾ ਭਾਰਤ ਵਿੱਚ ਜਿਹੜੀ ਵੈਕਸੀਨ ਆ ਜਾਵੇ। ਕੁਝ ਹੀ ਸਮੇਂ ਵਿੱਚ ਉਹਨਾਂ ਨੇ ਕਿਹਾ ਕਿ ਵੈਕਸੀਨ ਆਉਣ ਵਾਲੀ ਆ, ਤੇ ਅਜਿਹੇ ਵਿੱਚ ਜਿੱਦਾਂ ਹੁਣ ਕਰੋਨਾ ਦਾ ਦੌਰ ਚੱਲ ਰਿਹਾ, ਨਰਸਾਂ ਨੂੰ ਜਾਣਾ ਚਾਹੀਦਾ ਸੀ ਤੇ ਵਾਪਸ ਉਹ ਕੰਮ ਤੇ ਆ ਜਾਣ, ਤੇ ਜੋ ਵੀ ਮਹਾਮਾਰੀ ਦਾ ਦੌਰ ਚੱਲ ਰਿਹਾ ਸਾਨੂੰ ਬਚਾਉਣ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਨਰਸਾਂ ਦੀਆਂ ਮੰਗਾਂ ਬਾਰੇ, ਤਾਂ ਉਹਨਾਂ ਨੇ ਆਪਣੀਆਂ 23 ਮੰਗਾਂ ਰੱਖੀਆਂ ਸੀ, ਤੇ ਨਾਲ ਦੀ ਨਾਲ ਹੁਣ ਏਮਸ ਦੇ ਡਾਇਰੈਕਟਰ ਨੇ ਜਿਹੜੇ ਸਾਰੇ ਮਾਮਲੇ ਆ ਉਹਨਾਂ ਨੂੰ ਜਲਦ ਸੁਲਝਾਉਣ ਦਾ ਨਰਸਾਂ ਨੂੰ ਪਰ ਉਹਨਾਂ ਨੇ ਕਿਹਾ, ਨਰਸ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ, ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਹ ਆਪਣੀ ਡਿਊਟੀ ਤੇ ਨਹੀਂ ਜਾ ਸਕਦੇ, ਤੇ ਸਾਰਾ ਕੁਝ ਇੱਕ ਪਲਾਨ ਦੇ ਮੁਤਾਬਕ ਹੀ ਹੋਏਗਾ। ਜੀ
ਜੇ ਆਪਾਂ ਗੱਲ ਕਰੀਏ, ਤੁਸੀਂ ਦੱਸਿਆ ਹੈ ਕਿ ਪੂਨੇ ਦੇ ਵਿੱਚ 1400 ਪ੍ਰਾਈਵੇਟ ਸਕੂਲਾਂ ਨੇ ਆਨਲਾਈਨ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਕਲਾਸਾਂ ਉਹਨੂੰ ਬੰਦ ਕਰ ਦਿੱਤਾ ਹੈ। ਕੀ ਕਾਰਨ ਹੈ, ਕਿਉਂ ਇਹ ਮਤਲਬ ਬੰਦ ਹੋਇਆ ਜਦੋਂ ਕਿ ਹੁਣ ਇਹ ਜ਼ਰੂਰਤ ਆ ਸਮੇਂ ਦੀ? ਹਾਂਜੀ, ਜਿੱਦਾਂ ਹੁਣ ਪੇਪਰ ਚੱਲ ਰਹੇ ਨੇ, ਸਾਰੇ ਹੀ ਤਕਰੀਬਨ ਸਕੂਲਾਂ ਵਿੱਚ ਪੇਪਰ ਸਟਾਰਟ ਹੋ ਗਏ ਨੇ, ਪਰ ਜਿਹੜੇ ਪੂਨੇ ਵਿੱਚ ਸਕੂਲ ਨੇ ਫੀਸਾਂ ਦਾ ਭੁਗਤਾਨ ਕਰਕੇ ਨਾ ਕਰਨ ਕਾਰਨ ਕਈ ਜਿਹੜੇ ਸਕੂਲਾਂ ਨੇ ਆਨਲਾਈਨ ਕਲਾਸਿਸ ਕਰ ਦਿੱਤੀਆਂ ਨੇ। ਫਿਲਹਾਲ ਜਿਹੜੇ ਸਕੂਲ ਨੇ ਜਿੱਥੇ ਫੀਸ ਨਹੀਂ ਭਰਾਈ ਗਈ, ਮਾਪਿਆਂ ਕਰੋਨਾ ਦੇ ਦੌਰ ਵਿੱਚ ਕਾਫੀ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ, ਮਾਪੇ ਨਹੀਂ ਸਕੂਲ ਦੀ ਫੀਸ ਦੇ ਸਕੇ। ਉੱਥੇ ਪੂਨੇ ਅਤੇ ਪਿਪਰੀ ਚਿੰਚਵਾੜ ਵਿੱਚ ਜਿਹੜੇ ਮੰਗਲਵਾਰ ਤੋਂ 3 ਦਿਨਾਂ ਲਈ ਜਿਹੜੀ ਆਨਲਾਈਨ ਕਲਾਸ ਆ ਉਹ ਬੰਦ ਕਰ ਦਿੱਤੀ ਗਈ ਹੈ। ਤੇ ਕਿਉਂਕਿ ਮੇਨ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਜਿਹੜੇ ਫੀਸ ਨਹੀਂ ਦਿੱਤੀ ਗਈ, ਤੇ ਜਿਹੜੀ ਸੰਸਥਾ ਵਾ ਉਹਨਾਂ ਨੇ ਕਿਹਾ ਕਿ ਜਿਹੜੇ 1400 ਇੰਗਲਿਸ਼ ਮੀਡੀਅਮ ਸਕੂਲ ਨੇ ਜਿਨ੍ਹਾਂ ਨੇ ਮਾਪਿਆਂ ਨੂੰ ਕਿਹਾ ਸੀ ਕਿਸ਼ਤਾਂ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਦਿਓ, ਇਹ ਸਹੂਲਤ ਦਿੱਤੀ ਸੀ, ਪਰ ਬੱਚਿਆਂ ਨੂੰ ਉਹ ਫੀਸ ਜਿਹੜੇ ਮਾਪੇ ਦੀ ਪ੍ਰੋਵਾਈਡ ਨਹੀਂ ਕਰਵਾ ਸਕੇ। ਤੇ ਨਾਲ ਦੀ ਨਾਲ ਸਕੂਲਾਂ ਨੇ ਫੀਸ ਵਿੱਚ ਵਾਧਾ ਨਾ ਕਰਨ ਲਈ ਵੀ ਕਿਹਾ ਸੀ, ਪਰ ਇਸ ਤੋਂ ਬਾਅਦ ਜਿਹੜੇ ਮਾਪੇ ਸੀ ਉਹਨਾਂ ਨੇ ਬਿਲਕੁਲ ਵੀ ਫੀਸ ਜਿਹੜੀ ਜਮ੍ਹਾਂ ਨਹੀਂ ਕਰਵਾਈ। ਤੇ ਫਿਰ ਜਿੱਦਾਂ ਹੁਣ ਇਹ ਸਰਕਲ ਇੱਕ ਚੱਲਦਾ ਵਾ, ਵਿੱਤੀ ਸੰਕਟ ਕਾਰਨ ਸਕੂਲ ਨੂੰ ਵੀ ਰੋਜ਼ਾਨਾ ਜਿੱਦਾਂ ਆਪਣੇ ਟੀਚਰਸ ਨੂੰ ਸੈਲਰੀਜ਼ ਦੇਣੀਆਂ ਨੇ ਜਾਂ ਕੋਈ ਹੋਰ ਸਕੂਲ ਦੇ ਜਿਹੜੇ ਫੁਟਕਲ ਖਰਚੇ ਹੁੰਦੇ ਆ, ਤੇ ਸਕੂਲ ਸੰਸਥਾਵਾਂ ਨੇ ਇਹ ਤਰਕ ਰੱਖਿਆ ਕਿ ਸਕੂਲ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਦੇ ਬਾਵਜੂਦ ਵੀ ਜਿਹੜੇ ਮਾਪੇ ਨੇ ਉਹ ਫੀਸਾਂ ਨਹੀਂ ਦੇ ਰਹੇ, ਇਸ ਲਈ ਜਿਹੜੀਆਂ ਅਗਲੀਆਂ ਸਕੂਲ ਆ ਉਹ ਫੀਸਾਂ ਨਹੀਂ ਜਮ੍ਹਾਂ ਹੋਣਗੇ ਤਾਂ 3 ਦਿਨ ਹਫ਼ਤੇ ਦੇ ਵਿੱਚ ਜਿਹੜੇ ਸਕੂਲ ਆ ਆਨਲਾਈਨ ਪੜ੍ਹਾਈ ਜਿਹੜੀ ਨਹੀਂ ਕਰਵਾਉਣਗੇ। ਜੀ ਜਿਹੜੀ ਡੈਡਲਾਈਨ ਖਤਮ ਹੋ ਰਹੀ ਆ, ਹਾਈ ਸਿਕਿਉਰਿਟੀ ਜਿਹੜੀਆਂ ਪਲੇਟਾਂ ਸੀਗੀਆਂ ਲਾਉਣੀਆਂ ਅਨਿਵਾਰਿਆ ਸੀਗੀਆਂ ਇੰਡੀਆ ਦੇ ਵਿੱਚ, ਫਿਰ ਇਹਨਾਂ ਨੇ ਉਸ ਡੈਡਲਾਈਨ ਨੂੰ ਵਧਾਇਆ ਵੀ ਸੀ, ਪਰ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਹੁਣ ਇਹਦੇ ਤੇ ਚਲਾਨ ਕੱਟਣੇ ਸਟਾਰਟ ਹੋ ਜਾਣਗੇ। ਕਦੋਂ ਤੋਂ ਜਿਹੜੇ ਚਲਾਨ ਕੱਟੇ ਜਾਣਗੇ? ਹਾਂਜੀ, ਦਿੱਲੀ ਵਿੱਚ ਜਿੱਦਾਂ ਪੰਜਾਬ ਵਿੱਚ ਤਾਂ ਸੀਗਾ ਕਿ ਜਿੱਦਾਂ 1 ਜਨਵਰੀ ਤੋਂ ਜਿਹੜੇ ਚਲਾਨ ਕੱਟੇ ਜਾਣਗੇ, 30 ਦਸੰਬਰ ਤੱਕ ਦਾ ਇਹਨਾਂ ਗਿਆ, ਪਰ ਦਿੱਲੀ ਵਿੱਚ ਜਿਹੜੇ ਦੱਸਿਆ ਜਾ ਰਿਹਾ ਕਿ ਅੱਜ ਤੋਂ ਹੀ ਜਿੱਦਾਂ ਹੁਣ ਜਿਨ੍ਹਾਂ ਨੇ ਹਾਈ ਸਿਕਿਉਰਿਟੀ ਪਲੇਟ ਨਹੀਂ ਲਿਖਵਾਈਆਂ ਉਹਨਾਂ ਨੂੰ 5500 ਰੁਪਏ ਜਿਹੜਾ ਜੁਰਮਾਨਾ ਉਹ ਕੀਤਾ ਜਾ ਸਕਦਾ ਵਾ। ਤੇ ਇਹਦੇ ਨਾਲ ਹੀ ਜਿਹੜੀਆਂ ਟੀਮਾਂ ਨੇ ਉਹ 9 ਇਲਾਕਿਆਂ ਵਿੱਚ ਭੇਜੀਆਂ ਗਈਆਂ ਨੇ ਤਾਂ ਕਿ ਜਿਹੜੇ ਵੀ ਲੋਕ ਨੇ ਜਿਹੜੇ ਨਿਯਮਾਂ ਨੂੰ ਤੋੜਦੇ ਨੇ ਉਹਨਾਂ ਦੀ ਉਹ ਇੱਕ ਤਰ੍ਹਾਂ ਨਾਲ ਨਿਗਾਹ ਰੱਖ ਸਕਣ ਉਹਨਾਂ ਤੇ ਜਿਹੜੇ ਚਲਾਨ ਆ ਉਹਨਾਂ ਦੀ ਇਕੱਠੀ ਕਰ ਸਕਣ। ਤੇ ਤੁਸੀਂ ਦੱਸਿਆ ਕਿ ਅਕਤੂਬਰ ਕੋਰਟ ਨੇ 2018 ਵਿੱਚ ਜਿਹੜੀ ਨਵੀਂ ਨੰਬਰ ਪਲੇਟ ਸੀ ਉਹਨਾਂ ਨੂੰ ਲਾਗੂ ਕਰਨ ਲਈ ਆਦੇਸ਼ ਦਿੱਤੇ ਸੀਗੇ, ਪਰ ਫਿਰ ਜਿੱਦਾਂ ਕਰੋਨਾ ਆ ਗਿਆ ਵਿੱਚ ਤੇ ਜਿਹੜੀ ਇਹ ਮਿਆਦ ਸੀ ਉਹ ਵਧਾ ਦਿੱਤੀ ਗਈ। ਉਸ ਤੋਂ ਬਾਅਦ ਫਿਰ 2 ਮਹੀਨੇ ਦੀ ਮਿਆਦ ਵਧਾਈ ਗਈ, ਪਹਿਲਾਂ ਅਕਤੂਬਰ ਸੀ ਫਿਰ ਦਸੰਬਰ ਤੱਕ ਇਹ ਕਰ ਦਿੱਤੀ ਗਈ। ਇਸ ਦੇ ਬਾਵਜੂਦ ਵੀ ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਵਿੱਚ ਬਹੁਤ ਘੱਟ ਵਾਹਨ ਨੇ ਜਿਨ੍ਹਾਂ ਨੇ ਹਾਈ ਸਿਕਿਉਰਿਟੀ ਪਲੇਟਾਂ ਹਜੇ ਤੱਕ ਲਗਾਈਆਂ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੇ ਟਰਾਂਸਪੋਰਟ ਵਿਭਾਗ ਦੇ ਅਨੁਸਾਰ ਜਿਹੜਾ 40 ਲੱਖ ਤੋਂ ਵੱਧ ਜਿਹੜੇ 2 ਪਹੀਆ ਵਾਹਨ ਨੇ ਤੇ 4 ਪਹੀਆ ਵਾਹਨ ਨੇ ਜਿਨ੍ਹਾਂ ਨੇ ਹਜੇ ਤੱਕ ਜਿਹੜੀਆਂ ਇਹ ਨੰਬਰ ਪਲੇਟਾਂ ਨਹੀਂ ਲਗਵਾਈਆਂ। ਇਸ ਤੋਂ ਪਹਿਲਾਂ 16 ਨਵੰਬਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਆਪਣੀ ਜਿਹੜੀ ਨੰਬਰ ਪਲੇਟ ਆ ਉਹਨੂੰ ਤੁਸੀਂ ਚੇਂਜ ਕਰ ਲਓ ਕਿਉਂਕਿ ਲਾਜ਼ਮੀ ਆ, ਪਰ ਫਿਰ ਵੀ ਲੋਕ ਆ ਜਿਹੜੇ ਉਹ ਨਹੀਂ ਸੁਣ ਰਹੇ ਤੇ ਜਿਹੜੀਆਂ ਨੰਬਰ ਪਲੇਟਾਂ ਹਜੇ ਤੱਕ ਉਹ ਜਿਹੜੀਆਂ ਨਹੀਂ ਲੱਗੀਆਂ। ਜੀ ਸੋਨਮ ਬਾਜਵਾ ਨੇ ਕਿਹਾ ਕਿ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਪੀਜ਼ਾ ਖਾਂਦੇ ਹਨ, ਕਿਉਂ ਦੇਣਾ ਪਿਆ ਉਹਨਾਂ ਨੂੰ ਵਿਆਹ? ਹਾਂਜੀ, ਦੇਖੋ ਜਿਹੜੇ ਵੀ ਪੰਜਾਬੀ ਕਲਾਕਾਰ ਨੇ ਜਾਂ ਸਿੰਗਰ ਨੇ ਇਹ ਪੂਰੀ ਤਰ੍ਹਾਂ ਜਿਹੜਾ ਕਿਸਾਨ ਅੰਦੋਲਨ ਦਾ ਇਹ ਸਮਰਥਨ ਕਰ ਰਹੇ ਨੇ, ਚਾਹੇ ਉਹ ਟਵਿੱਟਰ ਤੇ ਲੜਾਈ ਹੋਵੇ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਕਲਾਕਾਰਾਂ ਵੱਲੋਂ ਜ਼ਮੀਨੀ ਪੱਧਰ ਤੇ ਜਿਹੜੀ ਵੀ ਕਿਸਾਨਾਂ ਦੀ ਲੜਾਈ ਆ ਉਹਨੂੰ ਵੱਖ-ਵੱਖ ਘਰਾਂ ਰਾਹੀਂ ਵੱਖ-ਵੱਖ ਦੇਸ਼ਾਂ ਤੇ ਸਟੇਟਸ ਵਿੱਚ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ। ਤੇ ਜਿਹੜੀ ਸੋਨਮ ਬਾਜਵਾ ਜੋ ਪੰਜਾਬੀ ਕਲਾਕਾਰ ਆ ਉਹ ਅਦਾਕਾਰਾ ਕਾਫੀ ਫਿਲਮਾਂ ਵਿੱਚ ਉਹ ਕੰਮ ਕਰ ਚੁੱਕੇ ਤੇ ਉਹਨਾਂ ਵੱਲੋਂ ਵੀ ਕਿਸਾਨ ਅੰਦੋਲਨ ਦਾ ਜਿਹੜਾ ਰੱਜ ਕੇ ਸਮਰਥਨ ਕੀਤਾ ਜਾ ਰਿਹਾ ਤੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਕਿਸਾਨ ਮਸਲਿਆਂ ਸੰਬੰਧੀ ਜਿਹੜੀ ਪੋਸਟ ਆ ਉਹ ਪਾਉਂਦੇ ਰਹਿੰਦੇ ਆ। ਕੱਲ ਪਰਸੋਂ ਇੱਕ ਬਿਆਨ ਆਇਆ ਸੀ ਦੀ ਅਦਾਕਾਰਾ ਨੇ ਬਿਆਨ ਦਿੱਤਾ ਸੀ ਕਿ ਇਹ ਜਿਹੜੇ ਲੋਕ ਪੀਜ਼ਾ ਖਾਂਦੇ ਆ ਕਿਸਾਨ ਨਹੀਂ ਹੋ ਸਕਦੇ। ਉਸ ਤੋਂ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਜਿਹੜੇ 1.5 ਲੱਖ ਦੇ ਆਈਫੋਨ ਰੱਖਦੇ ਆ ਉਹ ਕਿਸਾਨ ਨਹੀਂ ਹੋ ਸਕਦੇ।
ਤੇ ਹੁਣ ਉਹਨਾਂ ਨੇ ਸੋਨਮ ਬਾਜਵਾ ਨੇ ਇਸੇ ਜਿਹੜੀ ਪੋਸਟ ਤੇ ਰਿਪਲਾਈ ਦਿੱਤਾ ਕਿ ਜਿਹੜੇ ਲੋਕ ਕਿਸਾਨਾਂ ਦੇ ਤੇ ਸਵਾਲ ਚੁੱਕਦੇ ਨੇ ਕਿ ਜਿਹੜੇ ਲੋਕ ਪੀਜ਼ਾ ਖਾਂਦੇ ਉਹ ਕਿਸਾਨ ਨਹੀਂ ਹੋ ਸਕਦੇ, ਤਾਂ ਜੇ ਕਿਸਾਨ ਪੈਸੇ ਦੀ ਘਾਟ ਕਰਕੇ ਜਾਂ ਕਰਜ਼ੇ ਕਰਕੇ ਜੇ ਕਿਸਾਨ ਕੋਈ ਜ਼ਹਿਰੀਲੀ ਦਵਾਈ ਖਾ ਕੇ ਮਰਦਾ ਤਾਂ ਉਹ ਕਿਸੇ ਦੀਆਂ ਨਜ਼ਰਾਂ ਵਿੱਚ ਨਹੀਂ ਆਉਂਦਾ, ਉਹ ਕੋਈ ਇੱਕ ਮੁੱਦਾ ਨਹੀਂ ਬਣਦਾ। ਪਰ ਜੇ ਲੰਗਰ ਲੱਗ ਗਿਆ, ਪੀਜ਼ਾ ਖਾ ਲਿਆ, ਤਾਂ ਇਹ ਲੋਕਾਂ ਦੀਆਂ ਨਜ਼ਰਾਂ ਵਿੱਚ ਬਹੁਤ ਜਲਦੀ ਆ ਜਾਂਦਾ। ਇਸ ਲਈ ਕਿਸੇ ਨੂੰ ਵੀ ਪੀਜ਼ਾ ਖਾਣ ਨਾਲ ਕੋਈ ਤਕਲੀਫ ਆ ਜਿਹੜੀ ਕਿਸਾਨਾਂ ਤੋਂ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਦਲਜੀਤ ਦੋਸਾਂਝ ਤੇ ਉਹਨੇ ਵੀ ਇਸੇ ਪੋਸਟ ਤੇ ਤਿੱਖੀ ਆਪਣੀ ਪ੍ਰਕਿਰਿਆ ਦਿੱਤੀ ਸੀ ਤੇ ਇਹ ਇੱਕ ਜਿਹੜਾ ਟਵੀਟ ਤੋਂ ਸ਼ੁਰੂ ਹੋਇਆ ਸੀ ਜਿਹੜਾ ਵਿਵਾਦ, ਤੇ ਇੱਕ ਸ਼ਿਫਾਲੀ ਵੈਦਿਆ ਨਾਂ ਦੀ ਇੱਕ ਮਹਿਲਾ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਜਿੱਦਾਂ ਕਿਸਾਨ ਧਰਨਿਆਂ ਤੇ ਗਏ ਆ, ਧਰਨਿਆਂ ਵਿੱਚ ਪੀਜ਼ਾ ਖਾਂਦੇ ਆ, ਪੈਰਾਂ ਦੀ ਮਸਾਜ ਨੂੰ ਲੈ ਕੇ ਉਹਨਾਂ ਦੀ ਟਿੱਪਣੀ ਗਈ ਸੀ, ਜਿਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਉੱਤੇ ਟਵਿੱਟਰ ਤੇ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹ ਸੀ ਅੱਜ ਦੀਆਂ ਕੁਝ ਕੁ ਹੈਡਲਾਈਨਸ ਜਿਨ੍ਹਾਂ ਤੇ ਆਪਾਂ ਵਿਚਾਰ ਚਰਚਾ ਕੀਤੀ ਜੀ। ਬਹੁਤ ਬਹੁਤ ਸ਼ੁਕਰੀਆ ਕਮਲਪ੍ਰੀਤ, ਅੱਜ ਦੀ ਇਸ ਤੁਹਾਡੀ ਜਾਣਕਾਰੀ ਦੇ ਲਈ। ਆਪਣੇ ਦਰਸ਼ਕਾਂ ਨੂੰ ਹੋਰ ਤੁਸੀਂ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਆ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ, ਅਲੱਗ-ਅਲੱਗ ਖਬਰਾਂ ਦੇ ਉੱਤੇ। ਕੱਲ ਮਿਲਣ ਦੀ ਆਸ ਨਾਲ ਅੱਜ ਤੁਹਾਡੇ ਤੋਂ ਇਜਾਜ਼ਤ ਮੰਗਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਰਵੀ ਜੀ। ਸੋ ਦੋਸਤੋ, ਇਹ ਸਾਡਾ ਅੱਜ ਦਾ ਜ਼ਰੂਰੀ ਗੱਲ ਪ੍ਰੋਗਰਾਮ, ਲਾਈਵ ਟਾਕ ਸ਼ੋ, ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਪੇਸ਼ ਹੁੰਦੇ ਹਾਂ ਅਲੱਗ-ਅਲੱਗ ਬ੍ਰੇਕਿੰਗ ਨਿਊਜ਼, ਸਰਗਰਮੀਆਂ ਜਾਂ ਜੋ ਵੀ ਉਸ ਪਿਛਲੇ 24 ਘੰਟੇ ਦੇ ਵਿੱਚ ਵਾਪਰਦਾ ਹੈ। ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਉਂਦੀ ਹੋਵੇਗੀ। ਕੱਲ ਮਿਲਣ ਦੀ ਆਸ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਆਦਾਬ, ਨਮਸਕਾਰ ਤੇ ਸਤਿ ਸ੍ਰੀ ਅਕਾਲ।